ਪੰਦੇਰ ਸਾਹਿਬ, ਹੁਣ ਸੁਪਰੀਮ ਕੋਰਟ ਨੇ ਇੱਕ ਹੁਕਮ ਪਾਸ ਕੀਤਾ ਹੈ। ਉਹਨਾਂ ਨੇ ਰਜਿਸਟਰਾਰ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਹਨਾਂ ਨੂੰ ਆਦੇਸ਼ ਦਿੱਤਾ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਫੇਰੀ ਨਾਲ ਸੰਬੰਧਿਤ ਜਿੰਨੇ ਵੀ ਦਸਤਾਵੇਜ਼ ਨੇ ਉਹ ਸਾਰਿਆਂ ਨੂੰ ਜ਼ਬਤ ਕਰ ਲਓ। ਉਹਦੇ ਵਿੱਚ ਇਹ ਸੀਗਾ ਜੀ ਕਿ ਉਹਨਾਂ ਨੇ ਇੱਕ NGO ਹੈ ਵੌਇਸ ਲਾਇਰਸ ਵੌਇਸ, ਉਹਨਾਂ ਵੱਲੋਂ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਹੈ ਜੀ। ਔਰ ਇਸ ਦੀ ਸੁਣਵਾਈ ਕੱਲ ਜਿਸ ਨੂੰ ਕਹਿੰਦੇ ਜਿਹੜੇ ਭਾਰਤ ਦੇ ਕੱਲ ਹੋਇਆ ਕਿ ਉਹਦੇ ਚ ਚੀਫ ਜਸਟਿਸ NV ਰਮन्ना, ਜਸਟਿਸ ਸੂਰਿਆਕਾਂਤ ਔਰ ਜਸਟਿਸ ਹੀਮਾ ਕੋਹਲੀ ਨੇ ਸੁਣੀ। ਇਸ ਦਾ ਬੈਂਚ ਸੀਗਾ ਜੀ, ਵੱਡਾ ਬੈਂਚ ਸੀ ਜੀ। ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਪਟੀਸ਼ਨਰ ਸੀ ਉਹਨਾਂ ਨੇ ਕਿਹਾ ਇਹਦੇ ਚ ਇੱਕ ਇਨਕੁਆਇਰੀ ਹੋਣੀ ਚਾਹੀਦੀ ਆ, ਕਿਉਂਕਿ ਇਹ ਬਹੁਤ ਵੱਡਾ ਲੈਪ ਸੀਗਾ ਔਰ ਇਹਦੇ ਵਿੱਚ ਕਈ ਜਿਹੜੀਆਂ ਈਵਨ ਟੈਰਰਿਸਟ ਜਿਹੜਾ ਐਕਸ਼ਨ ਹੋ ਸਕਦਾ ਸੀ ਉਹਦੇ ਬਾਰੇ ਉਹਨਾਂ ਨੇ ਆਪਣੇ ਖਦਸ਼ੇ ਜ਼ਾਹਿਰ ਕੀਤੇ। ਉਹ ਤਾਂ ਜਿਹੜੇ ਪਟੀਸ਼ਨਰ ਦੇ ਜਿਹੜੇ ਐਡਵੋਕੇਟ ਸੀ ਉਹ ਤਾਂ ਮਨਿੰਦਰ ਸਿੰਘ ਸੀਗੇ ਜੀ। ਉਹਨਾਂ ਨੇ ਕਿਹਾ ਜੀ ਇਸ ਤੋਂ ਬਾਅਦ, ਇਸ ਇਨਸੀਡੈਂਟ ਤੋਂ ਬਾਅਦ ਇੱਕ ਪੋਲੀਟੀਕਲ ਆਪਸ 'ਚ ਬਹੁਤ ਬਲੇਮ ਗੇਮ ਸਟਾਰਟ ਹੋ ਗਈ ਸਿਕਿਉਰਿਟੀ ਲੈਪਸ ਦੇ ਉੱਤੇ। ਪਰ ਜਿਹੜਾ ਟੋਟਲ ਰੈਕਰਡ ਹੈ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਆ। ਉਹਦੇ ਵਿੱਚ ਉਹਦੀ ਗੱਲਬਾਤ ਹੋਈ ਤਾਂ ਸੁਪਰੀਮ ਕੋਰਟ ਦੇ ਜਿਹੜਾ ਬੈਂਚ ਸੀ ਜੱਜਸ ਦਾ, ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਰਜਿਸਟਰਾਰ ਨੇ ਉਹਨਾਂ ਨੂੰ ਕਿਹਾ ਜੀ ਕਿ ਜਿੰਨਾ ਵੀ ਰਿਕਾਰਡ ਹੈਗਾ ਪੰਜਾਬ ਸਰਕਾਰ ਦਾ ਔਰ ਕੇਂਦਰੀ ਏਜੰਸੀ ਦਾ, ਸਪੈਸ਼ਲੀ SPG ਦਾ, ਹੋਮ ਡਿਪਾਰਟਮੈਂਟ ਦਾ, ਇਸ ਮਾਮਲੇ ਬਾਰੇ ਔਰ ਈਵਨ ਪ੍ਰਾਈਮ ਮਿਨਿਸਟਰ ਆਫਿਸ ਦਾ, ਇਸ ਮਾਮਲੇ ਦੇ ਵਿੱਚ ਜਿੰਨਾ ਵੀ ਰਿਕਾਰਡ ਆ ਉਹਨੂੰ ਕਬਜ਼ੇ 'ਚ ਲੈ ਲਓ। ਉਹਨੂੰ ਕਹਿੰਦੇ ਜੀ ਸੀਜ਼, ਸਿਕਿਉਰ ਐਂਡ ਸੇਫ ਕੀਪ ਇਹਨੂੰ ਰੱਖਣਾ ਤਾਂ ਕਿ ਆਉਣ ਵਾਲੇ ਦਿਨਾਂ 'ਚ ਇਹਦੀ ਲੋੜ ਪੈ ਸਕਦੀ ਹੈ ਜੀ। ਆਪਣੇ ਵਾਸੂ ਜੀ, ਇਹਦੀ ਜਿਹੜੀ ਕਮਾਲ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੀ ਬਹਿਸ ਹੋਈ ਪਟੀਸ਼ਨ ਤਾਂ ਪਟੀਸ਼ਨਰਜ਼ ਵੱਲੋਂ ਸੀ, ਪਰ ਜਿਹੜੀ ਬਹਿਸ ਹੋਈ ਸੋਲਿਸਿਟਰ ਜਨਰਲ ਆਫ ਇੰਡੀਆ ਜਿਹੜੇ ਕੇਂਦਰੀ ਸਰਕਾਰ ਦੇ ਵਕੀਲ ਨੇ ਔਰ ਪੰਜਾਬ ਦੇ ਆਪਣੇ ਉਹਨਾਂ ਦਾ ਨਾਮ ਹੈਗਾ ਤੁਸ਼ਾਰ ਮਹਿਤਾ, ਔਰ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਨੇ DS ਪਟਵਾਲੀਆ, ਉਹਨਾਂ 'ਚ ਆਪਸ ਬੜੀ ਤਿੱਖੀ ਬਹਿਸ ਹੋਈ। ਤੇ ਮਹਿਤਾ ਉਹਨਾਂ ਦਾ ਤਾਂ ਇਹ ਕਹਿਣਾ ਸੀਗਾ ਜੀ ਕਿ ਉੱਥੇ ਜਿਹੜੀ ਇਹ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਰੋਕਿਆ ਗਿਆ ਉਹਦੇ ਵਿੱਚ ਕਨਾਈਵੈਂਸ ਸੀ ਪੰਜਾਬ ਪੁਲਿਸ ਦੀ, ਉਹਨਾਂ ਨੂੰ ਜਾਣਬੁੱਝ ਕੇ ਰੋਕਿਆ ਗਿਆ ਪ੍ਰਾਈਮ ਮਿਨਿਸਟਰ ਨੂੰ। ਔਰ ਉਹਨਾਂ ਨੇ ਇਹ ਵੀ ਜਿਹੜਾ ਅਦਾਲਤ ਦਾ ਧਿਆਨ ਦਵਾਇਆ ਕਿ ਜਿਹੜੀ ਬੈਂਡ ਆਰਗੇਨਾਈਜੇਸ਼ਨ ਹੈ ਜਿਸ ਨੂੰ ਉਹਨਾਂ ਨੇ ਟੈਰਰ ਆਰਗੇਨਾਈਜੇਸ਼ਨ ਕਿਹਾ, ਸਿਕਸ ਫॉर ਜਸਟਿਸ, ਉਹਨਾਂ ਨੇ ਪੰਜਾਬ ਦੇ ਜਿਹੜੀ ਮੋਦੀ ਉਹਨਾਂ ਦੀ ਵਿਜ਼ਿਟ ਸੀ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀਆਂ ਸਟੇਟਮੈਂਟਸ ਆਈਆਂ ਉਹਨਾਂ ਨੂੰ ਕਿਹਾ ਕਿ ਇਹਦਾ ਵੀ ਧਿਆਨ ਰੱਖਿਆ ਜਾਵੇ ਔਰ ਜਿਹੜੇ ਕ੍ਰਾਸ ਬਾਰਡਰ ਟੈਰਰਿਜ਼ਮ ਦਾ ਵੀ ਜਿਹੜਾ ਇਹਦੇ ਵਿੱਚ ਐਸਪੈਕਟ ਹੈ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜੀ। ਤੇ ਆਪਣੇ DS ਪਟਵਾਲੀਆ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਅਸੀਂ ਆਲਰੇਡੀ ਇੱਕ ਕਮੇਟੀ ਬਣਾ ਦਿੱਤੀ ਹੈ ਜਿਹੜੀ ਪੰਜਾਬ ਸਰਕਾਰ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਵੱਲੋਂ, ਔਰ ਉਹਦੇ ਵਿੱਚ ਹੋਮ ਸੈਕਟਰੀ ਵੀ ਉਹਦੇ ਮੈਂਬਰ ਨੇ ਔਰ ਉਹ ਇਹਦੇ ਵਿੱਚ ਪੜਤਾਲ ਕਰੇਗੀ ਔਰ ਜਲਦੀ ਆਪਣੀ ਰਿਪੋਰਟ ਦੇਗੀ। ਇਹਨੂੰ ਰਿਸਪੌਂਡ ਜਿਹੜੇ ਤੁਸ਼ਾਰ ਮਹਿਤਾ ਉਹਨਾਂ ਵੱਲੋਂ ਰਿਸਪੌਂਸ ਸੀ ਕਿ ਜਿਹੜੇ ਜਸਟਿਸ ਗਿੱਲ ਨੇ ਉਹਨਾਂ ਦੇ ਖਿਲਾਫ ਪਹਿਲਾਂ ਹੀ ਸੁਪਰੀਮ ਕੋਰਟ ਨੇ ਸਟ੍ਰਿਕਚਰ ਦੇ ਇੱਕ ਹੋਰ ਮਾਮਲੇ ਦੇ ਵਿੱਚ ਪਾਸ ਕੀਤੇ ਹੋਏ ਨੇ ਔਰ ਖੁਦ ਜਿਹੜੇ ਹੋਮ ਸੈਕਟਰੀ ਨੇ ਉਹ ਤਾਂ ਖੁਦ ਕਟਹਿਰੇ 'ਚ ਨੇ ਕਿ ਜੀ ਜਿਹੜੀ ਲੈਪਸਿਸ ਨੇ ਪੰਜਾਬ ਦੀ ਜਿਹੜੀ ਹੋਮ ਡਿਪਾਰਟਮੈਂਟ ਆ ਉਹਦੇ ਵੱਲੋਂ ਨੇ। ਤਾਂ ਫਿਰ ਜਸਟਿਸ ਆਪਣੇ ਜਿਹੜੇ DS ਪਟਵਾਲੀਆ ਜਿਹੜੇ ਹੈਗੇ ਆ ਐਡਵੋਕੇਟ ਜਨਰਲ ਪੰਜਾਬ ਦੇ, ਉਹਨਾਂ ਨੇ ਕਿਹਾ ਜਿੰਨੀ ਕੁ ਜ਼ਿੰਮੇਦਾਰੀ ਪੰਜਾਬ ਸਰਕਾਰ ਦੀ ਆ ਉਨੀ ਕੁ ਜ਼ਿੰਮੇਦਾਰੀ ਤਾਂ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਵੀ ਹੈ ਤੇ ਉਹਦਾ ਵੀ ਜਿਹੜੀ ਹੈਗੀ ਆ ਹੋਮ ਡਿਪਾਰਟਮੈਂਟ ਉਹਦੇ ਵਿੱਚ ਆਉਂਦਾ। ਤੇ ਉਹਨਾਂ ਨੇ ਇਹ ਪੇਸ਼ਕਸ਼ ਕੀਤੀ ਕਿ ਪੰਜਾਬ ਸਰਕਾਰ ਇਸ ਨੂੰ ਸੀਰੀਅਸ ਲੈਪਸ ਮੰਨਦੀ ਹੈ ਔਰ ਇਹਦੀ ਇੱਕ ਨਿਰਪੱਖ ਇਨਵੈਸਟੀਗੇਸ਼ਨ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਉਹਨਾਂ ਨੇ ਕਿਹਾ ਉਹਦੀ ਲੋੜ ਹੈ ਤੇ ਜਿਹੜੇ ਲੋਕੀ ਆਇਡੈਂਟੀਫਾਈ ਕੀਤੇ ਜਾਣ ਔਰ ਉਹਨਾਂ ਨੂੰ ਜਿਹੜੀ ਯੋਗ ਸਜ਼ਾ ਜਿਹੜੀ ਬਣਦੀ ਹੈ ਉਹ ਦੇਣੀ ਚਾਹੀਦੀ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਜਿਹੜੀ ਇਹ ਅਦਾਲਤ ਨੇ ਕਿਹਾ ਜੀ ਇਹ ਤੁਸੀਂ ਆਪਣੇ ਜਿਹੜੇ ਹੈਗੇ ਆ ਸਾਰੇ ਜਿਹੜੇ ਦਸਤਾਵੇਜ਼ ਨੇ ਉਹ ਕਬਜ਼ੇ 'ਚ ਲੈ ਲਓ ਤੇ ਕਹੇ ਜੇ ਕਿਸ ਲੈਵਲ ਦੀ, ਕਿਸ ਨੇਚਰ ਦੀ ਜਿਹੜੀ ਹੈਗੇ ਆ ਸੁਪਰੀਮ ਕੋਰਟ ਵੱਲੋਂ ਕੋਈ ਜਿਹੜਾ ਪੈਨਲ ਬਣਾਇਆ ਜਾਏਗਾ ਜਿਹੜਾ ਇਨਵੈਸਟੀਗੇਟ ਕਰੇਗਾ ਉਹਦੇ ਬਾਰੇ ਜਿਹੜੀ ਅਗਲੀ ਸੁਣਵਾਈ ਆ ਉਹ ਸੋਮਵਾਰ ਨੂੰ ਯਾਨੀ ਕਿ ਜਨਵਰੀ 10 ਨੂੰ ਰੱਖ ਦਿੱਤੀ ਕੋਰਟ ਜੀ। ਤੇ ਪੰਦੇਰ ਸਾਹਿਬ, ਹੁਣ ਮਿਨਿਸਟਰੀ ਆਫ ਹੋਮ ਅਫੇਅਰਸ ਦੀ ਜਿਹੜੀ ਟੀਮ ਹੈ ਉਹਨੇ ਮੌਕੇ ਤੇ ਪਹੁੰਚ ਕੇ ਪੰਜਾਬ ਵਿੱਚ ਜਾਂਚ ਪੜਤਾਲ ਕੀਤੀ ਹੈ ਤੇ ਪੰਜਾਬ ਸਰਕਾਰ ਨੇ ਆਪਣੀ ਜਿਹੜੀ ਰਿਪੋਰਟ ਹੈ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਸਪੁਰਦ ਕੀਤੀ ਹੈ। ਸੋ ਇਹਦੇ ਵਿੱਚੋਂ ਹੁਣ ਕੀ ਨਿਕਲ ਕੇ ਆਇਆ ਜੀ ਸਾਹਮਣੇ?
ਇਹ ਬੜੀ ਇਹਦੇ ਚ ਦਿਲਚਸਪ ਕਹਾਣੀ ਆ ਵਾਸੂ ਜੀ ਕਿ ਜਦੋਂ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਸੀ ਸੁਪਰੀਮ ਕੋਰਟ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਹੋਈਆਂ, ਸੁਪਰੀਮ ਕੋਰਟ ਨੇ ਹਿਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਜਿਹੜੀਆਂ ਆਪਣੀਆਂ ਇਹਨਾਂ ਨੇ ਦੋਨਾਂ ਨੇ, ਅਸੀਂ ਕੱਲ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਸੀ ਕਿ ਦੋਨਾਂ ਨੇ ਆਪਣੀਆਂ ਟੀਮਸ, ਇਨਵੈਸਟੀਗੇਸ਼ਨ ਟੀਮਸ ਬਣਾ ਦਿੱਤੀਆਂ ਨੇ ਤੇ ਸੁਪਰੀਮ ਕੋਰਟ ਨੇ ਉਹਨਾਂ ਦੋਹਾਂ ਦੀ ਟੀਮਸ ਨੂੰ ਆਪਣੇ ਫਿਲਹਾਲ ਉਹ ਜਿਹੜੀ ਹੈਗੀ ਕਾਰਵਾਈ ਕਰਨ ਤੋਂ ਰੋਕ ਲਾ ਦਿੱਤੀ ਸੀ। ਪੰਜਾਬ ਸਰਕਾਰ ਨੇ ਜਿਹੜੀ ਜਸਟਿਸ ਗਿੱਲ ਵਾਲੀ ਜਿਹੜੀ ਪੈਨਲ ਸੀ ਉਸ ਦੀ ਕਾਰਵਾਈ ਦੇ ਉੱਤੇ ਰੋਕ ਉਸ ਨੂੰ ਮੰਨ ਲਿਆ, ਪਰ ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰਸ ਸੀ ਜਿਸ ਨੇ ਇਹ ਵੀ ਯਾਦ ਕਰਾ ਦਈਏ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ ਕਿ ਇਹਦੇ ਬਾਰੇ ਆਪਣੀ ਦੱਸੋ ਜੀ ਤੁਹਾਡਾ ਜਿਹੜੀ ਕੁਤਾਹੀ ਕਿਉਂ ਹੋਈ ਹੈ, ਇਹਦੇ ਬਾਰੇ ਆਪਣਾ ਸਪਸ਼ਟੀਕਰਨ ਭੇਜੋ। ਪਰ ਨਾਲ ਹੀ ਉਹ ਜਿਹੜੀ ਟੀਮ ਸੀ ਕੱਲ ਸਵੇਰੇ ਬੜੀ ਤੜਕੇ ਉਹ ਉੱਥੇ ਪਹੁੰਚ ਗਈ ਆਪਣੇ ਫਿਰੋਜ਼ਪੁਰ। ਉੱਥੇ ਜਿਹੜਾ BSF ਆਫਿਸ ਸੀਗਾ ਜੀ, ਉੱਥੇ ਉਹਨਾਂ ਨੇ ਲੋਕਲ ਜਿਹੜੇ SSP ਵਗੈਰਾ ਜਾਂ DC IG ਬਾਰਡਰ ਰੇਂਜ ਫਿਰੋਜ਼ਪੁਰ ਰੇਂਜ ਵਗੈਰਾ ਨੂੰ ਉਹਨਾਂ ਨੂੰ ਉੱਥੇ ਤਲਬ ਕੀਤਾ। ਉੱਥੇ ਉਹਨਾਂ ਦੇ ਜਿਹੜੇ ਸੀ ਬਿਆਨਾਤ ਜਿਹੜੇ ਲਏ ਗਏ, ਉਹਨਾਂ ਨੂੰ ਪੁੱਛਿਆ ਗਿਆ ਸਾਰੇ ਦਾ ਸਾਰਾ, ਤੇ ਫਿਰ ਜਿਹੜਾ ਸੀ ਇਹ ਸਾਰੀ ਦੀ ਸਾਰੀ ਟੀਮ ਉਸ ਸਪੌਟ ਤੇ ਪਹੁੰਚੀ ਜਿਹੜੇ ਪੁਲ ਦੇ ਉੱਤੇ ਪਿਆਰਿਆਣਾ ਪਿੰਡ ਦੇ ਕੋਲੇ ਜਿੱਥੇ ਪ੍ਰਧਾਨ ਮੰਤਰੀ ਨੂੰ ਕੋਈ 20 ਮਿੰਟ ਉਸ ਪੁਲ ਦੇ ਉੱਤੇ ਰੁਕਣਾ ਪਿਆ। ਉਸ ਸਪੌਟ ਤੇ ਜਾ ਕੇ ਉਹਨਾਂ ਨੇ ਮੌਕੇ ਦਾ ਵੀ ਜਾਇਜ਼ਾ ਲਿਆ। ਹਾਲ ਜਿਹੜੀ ਸੀਗੀ ਇਹਦੇ ਟੋਟਲ ਜਿਹੜੀ ਟੀਮ ਸੀ ਮਿਨਿਸਟਰੀ ਆਫ ਹੋਮ ਅਫੇਅਰ ਦੀ, ਇਹ ਸੁਧੀਰ ਸਕਸੈਨਾ ਲੀਡ ਕਰ ਰਹੇ ਸੀ ਜੋ ਸੈਕਟਰੀ ਸਿਕਿਉਰਿਟੀ ਨੇ ਕੈਬਨਿਟ ਸੈਕਟਰੀਏਟ ਜਿਹੜੀ ਹੁੰਦੀ ਹੈ ਜਿਸ ਤਰ੍ਹਾਂ ਆਪਣੇ ਸੂਬਿਆਂ ਦੇ ਵਿੱਚ ਚੀਫ ਸੈਕਟਰੀ ਦਾ ਆਫਿਸ ਹੁੰਦਾ, ਉਸੇ ਤਰ੍ਹਾਂ ਕੈਬਨਿਟ ਸੈਕਟਰੀ ਦਾ ਆਫਿਸ ਦੇ ਥੱਲੇ ਹੋਰ ਸੈਕਟਰੀ ਹੁੰਦੇ ਨੇ। ਉਹ ਜਿਹੜੇ ਸਿਕਿਉਰਿਟੀ ਦੇ ਸੈਕਟਰੀ ਨੇ ਸੁਧੀਰ ਸਕਸੈਨਾ ਉਹ, ਔਰ ਨਾਲ ਉਹਨਾਂ ਦੇ ਜਿਹੜੇ ਜੁਆਇੰਟ ਡਾਇਰੈਕਟਰ ਸੀਗੇ ਜੀ ਇੰਟੈਲੀਜੈਂਸ ਬਿਊਰੋ ਦੇ ਬਲਬੀਰ ਸਿੰਘ, ਔਰ SPG ਦੇ IG ਜਿਹੜੇ ਹੈਗੇ ਸੁਰੇਸ਼ ਕੁਮਾਰ, ਉਹ ਉੱਥੇ ਪਹੁੰਚੇ। ਉਹਨਾਂ ਨੇ ਇਸ ਦੇ ਉੱਤੇ ਔਨ ਦੀ ਸਪੌਟ ਆਪਣੀ ਜਿਹੜੀ ਹੈਗੀ ਆ ਇਨਕੁਆਇਰੀ ਕੀਤੀ। ਜਿਹੜੀ ਜਾਣਕਾਰੀ ਮਿਲੀ ਆ ਉਹਦੇ ਵਿੱਚ ਜਿਹੜੇ ਪੰਜਾਬ ਦੇ ਜਿਹੜੇ ਪੁਲਿਸ ਤੇ ਸਿਵਲ ਅਧਿਕਾਰੀ ਜਿਹੜੇ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਸਮਨ ਕੀਤਾ ਹੁਣ ਤੱਕ ਹਾਲੇ ਉਹਨਾਂ ਦੀ ਪੁੱਛਗਿੱਛ ਨਹੀਂ ਹੋਈ, ਉਹਦੇ ਵਿੱਚ ਪੰਜਾਬ ਦੇ ਜਿਹੜੇ DGP ਨੇ ਸਿਧਾਰਥ ਚੱਟੋਪਾਧਿਆਏ, ADGP ਨਾਗੇਸ਼ਵਰ ਰਾਓ ਤੇ ਹੋਰ ਕੋਈ 13 ਅਫਸਰ ਜਿਹੜੇ ਹੈਗੇ ਆ PM ਸਿਕਿਉਰਿਟੀ ਦੇ ਵਿੱਚ ਜਿਹੜੇ ਤਾਇਨਾਤ ਕੀਤੇ ਗਏ ਸੀ, ਉਹਨਾਂ ਨੂੰ ਸੱਦਿਆ ਕਿ ਉਹ ਜਿਹੜੇ ਸੀ ਉਹ ਪੇਸ਼ ਹੋਣ। ਤੇ ਹਾਲੇ ਉਹਨਾਂ ਦੀ ਕਿੰਨੀ ਹੋਈ ਹੈ ਨਹੀਂ ਹੋਈ ਇਹਦੇ ਵਿੱਚ ਦੇਖੋ ਆਉਣ ਵਾਲੇ ਦਿਨਾਂ 'ਚ ਇਹ ਕਿੱਧਰ ਨੂੰ ਰੁਖ ਲੈਂਦੀ ਆ। ਪਰ ਜਿਹੜਾ ਇਹਦਾ ਅਸਲੀ ਫੈਸਲਾ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਨੇ ਹੀ ਕਰਨਾ ਕਿ ਇਹਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਆ ਉਹ ਕਿਸ ਲੈਵਲ ਤੇ ਔਰ ਕਿਸ ਦੇ ਥਰੂ ਉਹ ਕਰਵਾਉਣਾ ਚਾਹਣਗੇ। ਪੰਦੇਰ ਸਾਹਿਬ, ਹੁਣ ਸਿਆਸੀ ਆਗੂਆਂ ਵੱਲੋਂ ਜਿਹੜੀ ਭਾਸ਼ਾ ਵਰਤੀ ਜਾ ਰਹੀ ਹੈ ਉਹਦੇ ਵਿੱਚ ਲਗਾਤਾਰ ਨਿਗਾਰ ਆਉਂਦਾ ਦਿਸ ਰਿਹਾ। ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਗਾਇਆ ਵੀ ਉਹ BJP ਦਾ ਤੋਤਾ ਉਹਨਾਂ ਨੂੰ ਕਿਹਾ ਉਹਨਾਂ ਨੇ, ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸੁਖਜਿੰਦਰ ਰੰਧਾਵਾ ਹੋਏ, ਚੰਨੀ ਸਾਹਿਬ ਹੋਏ ਜਾਂ ਫਿਰ ਸਿੱਧੂ ਆਪ, ਕਹਿੰਦੇ ਦੇ ਆਰ ਅ ਕਨਫਿਊਜ਼ਡ ਲੋਟ, ਕਹਿੰਦੇ ਕਨਫਿਊਜ਼ ਹੋ ਚੁੱਕੇ ਨੇ। ਵਾਸੂ ਜੀ ਬਿਲਕੁਲ, ਜਿਹੜੀ ਅਸੀਂ ਪਹਿਲਾਂ ਵੀ ਆਪਣੇ ਸਰੋਤਿਆਂ ਨਾਲ ਗੱਲ ਸਾਂਝੀ ਕਰ ਚੁੱਕੇ ਹਾਂ ਕਿ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਬਾਰੇ ਜਿਹੜਾ ਇਨਸੀਡੈਂਟ ਹੋਇਆ ਫਿਰੋਜ਼ਪੁਰ ਦੇ ਵਿੱਚ, ਉਹਦੇ ਜਿਹੜੀ ਨੈਰੇਟਿਵ ਆ, ਜਿਹੜਾ ਵਰਤਾਂਤ ਆ, ਉਹ ਬੜਾ ਅਜੀਬੋ-ਗਰੀਬ ਤਰੀਕੇ ਦਾ ਸਿਰਜਿਆ ਜਾ ਰਿਹਾ। ਇੱਕ ਤਾਂ ਵਰਤਾਂਤ ਨੈਸ਼ਨਲ ਲੈਵਲ ਤੇ ਆ ਜਿਸ ਦੇ ਵਿੱਚ ਇੱਥੇ ਤੱਕ ਵੀ ਕਿਹਾ ਜਾਂਦਾ ਕਿ ਅਸੀਂ ਜੇ ਇੰਜ ਚੱਲਦਾ ਰਿਹਾ ਤਾਂ 1984 ਪੰਜਾਬ ਵਾਲਿਆਂ ਨੂੰ ਯਾਦ ਕਰਾ ਦੇਵਾਂਗੇ। ਉਹ ਸੋਸ਼ਲ ਮੀਡੀਆ ਦੇ ਉੱਤੇ ਹੋਇਆ ਔਰ ਇਸ ਦੇ ਉੱਤੇ ਬੜਾ ਸੀਰੀਅਸ ਟਿੱਪਣੀਆਂ ਹੋ ਰਹੀਆਂ। ਪਰ ਦੂਸਰੇ ਪਾਸੇ ਪੰਜਾਬ ਜਿੱਥੇ ਸਾਡੀਆਂ ਚੋਣਾਂ ਹੁਣ ਅਰਾਊਂਡ ਦਾ ਕਾਰਨਰ ਨੇ, ਕਦੇ ਵੀ ਬਿਗਲ ਬਾਦਸ਼ਾਹ ਦਾ ਇਲੈਕਸ਼ਨ ਕਮਿਸ਼ਨ ਵੱਲੋਂ ਵੀ, ਤਾਂ ਉੱਥੇ ਜਿਹੜੀ ਆਪਸ 'ਚ ਕਿਹਾ ਸੁਣੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ। ਔਰ ਪੰਜਾਬ 'ਚ ਇਹ ਪਿਛਲੀਆਂ ਕਈ ਚੋਣਾਂ 'ਚ ਅਸੀਂ ਦੇਖਿਆ ਕਿਸੇ ਟਾਈਮ ਤੇ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਬਲੂੰਗੜਾ ਵੀ ਕਿਹਾ ਸੀ, ਬਿਕਰਮ ਮਜੀਠੀਆ ਨੂੰ ਬਾਂਦਰ ਤੱਕ ਵੀ ਕਹਿਤਾ ਸੀ, ਤੇ ਉਹ ਹੰਕਾਰੀ ਰਾਜਾ ਕਹਿੰਦੇ। ਹੁਣ ਨਵਜੋਤ ਸਿੱਧੂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ BJP ਦਾ ਇਹ ਉਹ ਤੋਤਾ ਵਾ ਜਿਹੜਾ ਹਰ ਇੱਕ ਗੱਲ ਤੇ ਸਿਕਿਉਰਿਟੀ ਦਾ ਰੌਲਾ ਪਾਉਂਦਾ, ਔਰ ਬੜੀ ਉਹਨਾਂ ਨੇ ਮਜ਼ਾਹੀਆ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਤੰਜ਼ ਕੱਸਿਆ।
ਔਰ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਜਿਸ ਤਰ੍ਹਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਬਾਰ-ਬਾਰ ਇਹ ਕਹਿ ਰਹੇ ਨੇ ਕਿ ਪ੍ਰੈਜ਼ੀਡੈਂਟ ਰੂਲ ਲੱਗਣਾ ਚਾਹੀਦਾ, ਔਰ ਉਹਨਾਂ ਨੇ ਬੀਜੇਪੀ ਨੂੰ ਵਾਰਨ ਕੀਤਾ, ਉਹਨਾਂ ਨੇ ਪੂਰੀ ਜਿਹੜੀ ਹੈਗੀ ਆ ਤਾੜਨਾ ਕੀਤੀ ਹੈ ਕਿ ਜੇ ਬੀਜੇਪੀ ਨੇ ਇਹੋ ਜਿਹੀ ਗੱਲ ਦੇ ਉੱਤੇ ਕੋਈ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਬਾਰੇ ਜਾਂ ਉਹਦੇ ਲੈਬਸ ਦੇ ਬਾਰੇ ਆਪਣੀ ਸਿਆਸਤ ਕਰਨ ਤੋਂ ਬਾਜ਼ ਨਾ ਆਏ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਯੋਗ ਜਵਾਬ ਦੇਣਗੇ। ਜਿਹੜਾ ਨਵਜੋਤ ਸਿੱਧੂ ਵੱਲੋਂ ਇਹ ਸਾਰਾ ਜਿਹੜਾ ਇਹ ਸਟੇਟਮੈਂਟਸ ਆਈਆਂ ਨੇ ਜਾਂ ਜਿਹੜੇ ਉਹਨਾਂ ਦੇ ਬਿਆਨ ਆਏ ਨੇ ਉਹ ਇਸ ਦੇ ਵਿੱਚ ਸੀਗੇ ਜੀ। ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ, ਜਿਸ ਤਰ੍ਹਾਂ ਤੁਸੀਂ ਠੀਕ ਕਿਹਾ ਕਿ ਉਹਨਾਂ ਨੇ ਚੀਫ ਮਿਨਿਸਟਰ ਚੰਨੀ, ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਰੰਧਾਵਾ ਔਰ ਨਵਜੋਤ ਸਿੱਧੂ ਦੇ ਬਾਰੇ ਉਹਨਾਂ ਨੇ ਰੈਫਰ ਕਰਦੇ ਕਿਹਾ ਕਿ ਜੀ ਇਹ ਬੇਤਰਤੀਬ ਟੋਲਾ ਹੈ, ਕਨਫਿਊਜ਼ਡ ਲੋਟ ਹੈ, ਜਿਨ੍ਹਾਂ ਨੇ ਜਿਹੜੀਆਂ ਰੈਕਲੈਸ ਸਟੇਟਮੈਂਟਸ ਦੇ ਰਹੇ ਨੇ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਦਾ, ਤੇ ਨਾ ਹੀ ਇਹਨਾਂ ਨੂੰ ਆਪਣੀ ਜਿਹੜੀ ਹੈਗੀ ਆ ਜੌਬ ਕਰਨ ਦਾ ਕੁਝ ਪਤਾ, ਨਾ ਇਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ। ਤੇ ਉਹਨਾਂ ਨੇ ਕਾਫੀ ਇਹਦੇ ਉੱਤੇ ਸਿੱਧਾ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਚੰਨੀ ਉਹਨਾਂ ਨੇ ਕਿਹਾ ਸੀ ਕਿ ਮੈਂ ਹਿੱਕ ਤਾਣ ਕੇ ਖੜਾ ਹੋ ਜਾਂਦਾ ਜੇ ਅਗਰ ਹਮਲਾ ਹੁੰਦਾ ਪ੍ਰਧਾਨ ਮੰਤਰੀ ਤੇ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਬਈ ਚੀਫ ਮਿਨਿਸਟਰ ਤਾਂ ਉੱਥੇ ਸੀਗੇ ਹੀ ਨਹੀਂ, ਗੋਲੀ ਕਿਹੜੀ ਰੋਕ ਲੈਣੀ ਸੀ। ਔਰ ਸੁਖਜਿੰਦਰ ਰੰਧਾਵਾ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕੁਝ ਦਿਨ ਪਹਿਲਾਂ ਤਾਂ ਇਸ ਗੱਲ ਤੇ ਔਖੇ ਸੀਗੇ ਕਿ ਜਿਹੜੀ BSF ਦਾ ਜਿਹੜਾ ਅਧਿਕਾਰ ਖੇਤਰ ਆ ਉਹ 50 ਕਿਲੋਮੀਟਰ ਕਿਉਂ ਕਰਤਾ, ਤੇ ਅੱਜ ਤੁਸੀਂ ਹੁਣ ਕੇਂਦਰੀ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾ ਰਹੇ ਹੋ, ਤੇ ਇਸ ਲਈ ਤੁਹਾਡੇ ਜਿਹੜੇ ਬਿਆਨ ਨੇ ਉਹ ਆਪਸ ਵਿੱਚ ਮੇਲ ਨਹੀਂ ਖਾਂਦੇ। ਸੋ ਜਿਹੜੀ ਕਿਹਾ ਸੁਣੀ ਹੈ ਟੋਟਲ ਉਹ ਤੇਜ਼ ਹੁੰਦੀ ਜਾ ਰਹੀ ਹੈ, ਔਰ ਪੰਜਾਬ ਇਹ ਇੱਕ ਸੰਕੇਤ ਹੈ ਕਿ ਪੰਜਾਬ ਦੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਸਿਆਸੀ ਲੀਡਰਾਂ ਦਾ, ਜਿਸ ਤਰ੍ਹਾਂ ਤੁਸੀਂ ਠੀਕ ਇਹਨੂੰ ਇਸ਼ਾਰਾ ਕੀਤਾ ਕਿ ਇਹਨਾਂ ਦੀ ਆਪਸ ਵਿੱਚ ਬੋਲ ਬਾਣੀ ਦਾ ਜਿਹੜਾ ਪੱਧਰ ਹੈ ਉਹ ਨਿਗਰਿਆ ਤੇ ਹੋਰ ਨਿਗਰਨ ਦੇ ਆਸਾਰ ਸਾਨੂੰ ਨਜ਼ਰ ਆ ਰਹੇ। ਸਰਬਜੀਤ ਜੀ, ਹੁਣ ਜਿਹੜੀ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਗੱਲ ਹੈ ਉਹਦੇ ਬਾਰੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣਾ ਜਿਹੜਾ ਰੁਖ ਹੈ ਉਹ ਸਾਫ਼ ਕੀਤਾ। ਉਹਨਾਂ ਨੇ ਆਪਣੀ ਰਾਏ ਵਿਅਕਤ ਕੀਤੀ ਹੈ। ਉਹ ਕਹਿੰਦੇ ਪੰਜਾਬ ਵਿੱਚ ਕਿਸੇ ਵੀ ਸੂਰਤ ਵਿੱਚ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਣਾ ਚਾਹੀਦਾ। ਵਾਸੂ ਜੀ, ਇਹਦੇ ਉੱਤੇ ਨਾ ਜਿਹੜਾ ਅਕਾਲੀ ਦਲ ਹੈ ਇਹਨੂੰ ਬੜੀ ਹੀ ਜਿਹੜੀ ਸੀਗੀ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਸਾਨੂੰ ਯਾਦ ਹੋਣਾ ਚਾਹੀਦਾ ਕਿ ਜਦੋਂ ਅਕਾਲੀ ਦਲ ਕੇਂਦਰੀ ਜਿਹੜੀ NDA ਸਰਕਾਰ ਸੀ BJP ਦੀ ਜੀ ਉਹਦੇ ਵਿੱਚ ਹਿੱਸੇਦਾਰ ਸਨ, ਉਦੋਂ ਧਾਰਾ 370 ਕਸ਼ਮੀਰ ਦੀ ਹਟਾਈ ਗਈ ਸੀ। ਉਦੋਂ ਅਕਾਲੀ ਦਲ ਨੇ ਉਸ ਧਾਰਾ 370 ਦੇ ਹੱਕ ਦੇ ਵਿੱਚ ਵੋਟ ਹਟਾਉਣ ਦੇ ਹੱਕ ਦੇ ਵਿੱਚ ਵੋਟ ਪਾਈ ਸੀ, ਜਿਹਦੇ ਵਿੱਚ ਬਹੁਤ ਸਾਰੇ ਮਾਹਰ ਇਹ ਕਹਿੰਦੇ ਸੀ ਕਿ ਖੁਦ ਜਿਹੜਾ ਅਕਾਲੀ ਦਲ ਸੂਬਿਆਂ ਵਾਸਤੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਰਿਹਾ ਔਰ ਉਹਦੇ ਵਾਸਤੇ ਸੰਘਰਸ਼ ਵੀ ਕੀਤਾ। ਬੜੇ ਲੰਬੇ ਸੰਘਰਸ਼ ਵਿੱਢੇ ਨੇ ਅਕਾਲੀ ਦਲ ਨੇ, ਉਹਨਾਂ ਦਾ ਲੰਬਾ ਔਰ ਗੌਰਵਮਈ ਇਤਿਹਾਸ ਹੈ ਇਸ ਵਾਸਤੇ ਕਿ ਸੂਬਿਆਂ ਵਾਸਤੇ ਜ਼ਿਆਦਾ ਜਿਹੜੇ ਇਖਤਿਆਰ ਹੋਣੇ ਚਾਹੀਦੇ ਆ, ਆਟੋਨਮੀ ਹੋਣੀ ਚਾਹੀਦੀ ਆ। ਔਰ ਅਕਾਲੀ ਦਲ ਇਹ ਵੀ ਦੱਸਦਾ ਰਿਹਾ ਕਿ ਜਿਸ ਤਰ੍ਹਾਂ ਕੈਨੇਡਾ ਜਾਂ USA ਦੇ ਵਿੱਚ ਜਿਹੜੇ ਇਖਤਿਆਰ ਨੇ ਜਾਂ ਅਧਿਕਾਰ ਨੇ ਸੂਬੇ ਸਰਕਾਰਾਂ ਨੂੰ ਉਹੋ ਜਿਹੇ ਹੋਣੇ ਚਾਹੀਦੇ ਆ। ਪਰ ਉਦੋਂ ਉਹ 370 ਹਟਾਉਣ ਦੇ ਵਿੱਚ, ਜਿਹਦੇ 'ਚ ਉਹਨਾਂ ਨੂੰ ਕਾਫੀ ਆਟੋਨਮੀ ਸੀ ਜੰਮੂ ਕਸ਼ਮੀਰ ਨੂੰ ਹਟਾਉਣ ਦੇ ਵਿੱਚ, ਅਕਾਲੀ ਦਲ ਉਧਰ ਸਾਥ ਭੁਗਤਿਆ। ਸੋ ਆਪਣੀ NDA ਸਾਥੀਆਂ ਦੇ ਨਾਲ ਭੁਗਤਿਆ। ਪਰ ਹੁਣ ਜਦੋਂ ਬਹੁਤ ਸਾਰੀ ਆਲੋਚਨਾ ਹੋਈ, ਕ੍ਰਿਟਿਸਿਜ਼ਮ ਸਾਰੇ ਪਾਸੇ ਹੋਈ, ਹੁਣ ਉਹਦੇ ਵਿੱਚ ਜਦੋਂ ਅਗਲਾ ਮੌਕਾ ਮਿਲਿਆ ਔਰ ਦੇਸ਼ ਭਰ ਦੇ ਵਿੱਚ ਇਸ ਗੱਲ ਦੀ ਹੁਣ ਰੌਲਾ ਪੈ ਰਿਹਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਫੇਲ ਹੋਈ ਹੈ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਕਰਨ ਵਾਸਤੇ, ਔਰ ਇਸ ਲਈ ਰਾਸ਼ਟਰਪਤੀ ਰਾਜ ਲਾ ਦੇਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਇਸ ਦੇ ਮੋਢੀ ਨੇ ਸਭ ਤੋਂ ਜ਼ਿਆਦਾ ਤੇਜ਼ ਸੁਰ 'ਚ ਗੱਲ ਕਰ ਰਿਹਾ। ਸੋ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਬਹੁਤ ਲੰਬਾ ਇਤਿਹਾਸ ਹੈ ਸਿਆਸਤ ਦੇ ਵਿੱਚ, ਔਰ ਜਿੰਨੀਆਂ ਵੀ 1947 ਤੋਂ ਬਾਅਦ ਅਕਾਲੀ ਲਹਿਰਾਂ ਪੰਜਾਬ ਦੇ ਵਿੱਚ ਹੋਈਆਂ ਨੇ, ਉਹਨਾਂ 'ਚ ਉਹਨਾਂ ਦਾ ਕਾਫੀ ਰੋਲ ਰਿਹਾ। ਉਹਨਾਂ ਨੇ ਅੱਜ ਸਪਸ਼ਟ ਐਜ਼ ਜਿਹੜੇ ਸਰਪ੍ਰਸਤ ਨੇ ਅਕਾਲੀ ਦਲ ਦੇ, ਉਹਨਾਂ ਨੇ ਆਪਣੀ ਇਹ ਪੋਜੀਸ਼ਨ ਕੀਤੀ ਹੈ ਕਿ ਜੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦਾ ਕੋਈ ਗੱਲ ਨਹੀਂ ਬਣਦੀ। ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਜਿਹੜੀ ਕੋਈ ਕਮੀ ਆਈ ਹੈ ਜਾਂ ਕੋਈ ਉਹਦੇ 'ਚ ਕੋਈ ਪ੍ਰੋਬਲਮ ਹੋਈ ਹੈ, ਉਹਦਾ ਰਾਸ਼ਟਰਪਤੀ ਰਾਜ ਲਾਉਣਾ ਕੋਈ ਉਹਦਾ ਹੱਲ ਨਹੀਂ ਹੈ। ਔਰ ਜਿਹੜਾ ਹੈਗਾ ਪ੍ਰੋਪਰ ਲਾਅ ਐਂਡ ਆਰਡਰ, ਜਿਸ ਤਰ੍ਹਾਂ ਉਹ ਕਹਿੰਦੇ ਲਾਅ ਮਸਟ ਟੇਕ ਇਟਸ ਓਨ ਕੋਰਸ, ਉਹਦੀ ਇਨਵੈਸਟੀਗੇਸ਼ਨ ਕਰਕੇ ਤੁਸੀਂ ਜਿਹੜੇ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਸਜ਼ਾ ਦਿਓ, ਪਰ ਰਾਸ਼ਟਰਪਤੀ ਰਾਜ ਇਸ ਦਾ ਕੋਈ ਹੱਲ ਨਹੀਂ ਹੈ। ਇਹ ਉਧਰਲੇ ਪਾਸੇ ਅੱਜ ਫੇਰ ਅਕਾਲੀ ਦਲ ਨੇ ਆਪਣੇ ਆਪ ਨੂੰ ਵਾਪਸ ਜਿਹੜੀ ਹੈਗੀ ਆ ਪੋਜੀਸ਼ਨ ਤੇ ਉਸ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸਰਬਜੀਤ ਜੀ, ਹੁਣ
ਓਮਿਕਰੋਨ ਵੇਰੀਐਂਟ ਨੂੰ ਲੈ ਕੇ ਸਾਰੇ ਵਿਸ਼ਵ ਦੇ ਵਿੱਚ ਹੀ ਬੜੀ ਚਿੰਤਾ ਹੈ ਤੇ ਭਾਰਤ ਵਿੱਚ ਵੀ ਹੁਣ ਨਵੀਆਂ ਟਰੈਵਲ ਰਿਸਟ੍ਰਿਕਸ਼ਨਸ ਦਾ ਐਲਾਨ ਕੀਤਾ ਗਿਆ ਵੀ ਜੇ ਕੋਈ ਵੀ ਫੋਰਨ ਟਰੈਵਲਰ ਭਾਰਤ ਪਹੁੰਚਦਾ ਤਾਂ ਉਹਨੂੰ ਹੁਣ 7 ਦਿਨਾਂ ਲਈ ਕੁਆਰੰਟੀਨ ਕਰਨਾ ਪਏਗਾ ਤੇ ਇਹ ਜਿਹੜਾ ਕੁਆਰੰਟੀਨ ਹੈ ਆਪੋ ਆਪਣੇ ਘਰਾਂ 'ਚ ਹੀ ਕਰਨਾ ਤੇ 8ਵੇਂ ਦਿਨ ਇੱਕ ਨੈਗੇਟਿਵ ਟੈਸਟ ਦਾ ਨਤੀਜਾ ਵੀ ਵਿਖਾਉਣਾ ਹੋਏਗਾ। ਹਾਂਜੀ ਵਾਸੂ ਜੀ, ਪਿਛਲੇ ਦਿਨਾਂ ਦੇ ਵਿੱਚ ਓਮਿਕਰੋਨ ਔਰ ਈਵਨ ਡੈਲਟਾ ਰਾਦਰ ਭਾਰਤ ਦੇ ਵਿੱਚ ਓਮਿਕਰੋਨ ਦਾ ਤਾਂ ਇੰਨਾ ਨਹੀਂ ਹਾਲੇ ਪ੍ਰਭਾਵ ਨਜ਼ਰ ਆ ਰਿਹਾ, ਪਰ ਜਿਹੜਾ ਡੈਲਟਾ ਦੇ ਕੇਸਿਸ ਨੇ ਉਹ ਫੇਰ ਵਧਣੇ ਸ਼ੁਰੂ ਹੋ ਗਏ ਨੇ। ਪਿਛਲੇ 24 ਘੰਟਿਆਂ 'ਚ ਕੋਈ 21% ਇਨਕਰੀਜ਼ ਹੋਇਆ ਤੇ ਪਿਛਲੇ 24 ਘੰਟਿਆਂ 'ਚ 1,40,000 ਤੋਂ ਵੱਧ ਕੇਸ ਨਵੇਂ ਆਏ ਔਰ ਇਹਦੇ ਵਾਸਤੇ ਜਦੋਂ ਇਹ ਸਾਰਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਕਰੋਨਾ ਦੇ ਕੇਸਿਸ, ਕੋਵਿਡ ਦੇ ਕੇਸਿਸ ਵੱਧ ਰਹੇ ਨੇ ਔਰ ਬੇਸ਼ੱਕ ਭਾਰਤ ਨੇ ਕਲੇਮ ਕੀਤਾ ਕਿ 150 ਕਰੋੜ ਵੈਕਸੀਨਸ ਵੀ ਅਸੀਂ ਲਗਾ ਦਿੱਤੀਆਂ ਨੇ, ਕਰੋਨਾ ਫੇਰ ਵੀ ਵੱਧ ਰਿਹਾ। ਸੋ ਨਵੀਆਂ ਰਿਸਟ੍ਰਿਕਸ਼ਨਸ ਲਾਈਆਂ ਕਿ ਜਿਹੜੇ ਟਰੈਵਲਰਸ ਨੇ ਉਹਨਾਂ ਨੇ ਹੋਮ ਕੁਆਰੰਟਾਈਨ ਕਰਨਾ, ਜਿਹੜੇ ਇੰਟਰਨੈਸ਼ਨਲ ਟਰੈਵਲਰਸ ਨੇ ਉਹ ਸਾਰਿਆਂ ਦੇ ਉੱਪਰ ਹੈ। ਪਹਿਲਾਂ ਤਾਂ ਰਿਸਟ੍ਰਿਕਟਡ ਸੀਗਾ ਜੀ ਕਿ 19 ਦੇਸ਼ਾਂ ਦੀ ਲਿਸਟ ਸੀ, ਹੁਣ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਹੋਮ ਕੁਆਰੰਟਾਈਨ ਹੋ ਕੇ ਤੇ 8ਵੇਂ ਦਿਨ ਆਪਣੀ ਸਿਹਤ ਵਿਭਾਗ ਨੂੰ ਆਪਣੀ ਪੋਜ਼ਿਟਿਵ ਜਿਹੜੀ ਹੈਗੀ ਨੈਗੇਟਿਵ ਰਿਪੋਰਟ ਦੇਣੀ ਜ਼ਰੂਰੀ ਹੈ। ਸੋ ਇਹ ਤਾਂ ਸਾਰੇ ਦਾ ਸਾਰਾ ਹੈਗਾ। ਇਹਦੇ ਚ ਬਹੁਤ ਪੰਜਾਬ ਰਿਲੇਟਡ ਬੜੀ ਇੱਕ ਜਿਹਨੂੰ ਹੈਗਾ ਚਿੰਤਾਜਨਕ ਸਿਚੁਏਸ਼ਨ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ 2 ਫਲਾਈਟਾਂ ਇਟਲੀ ਤੋਂ ਆਈਆਂ। ਇੱਕ ਫਲਾਈਟ ਦੇ ਵਿੱਚ ਤਾਂ 179 ਪੈਸੇਂਜਰ ਸਨ, ਉਹਨਾਂ ਚੋਂ 125 ਪੋਜ਼ਿਟਿਵ ਆਏ, ਉਹ ਮਿਲਾਨ ਤੋਂ ਆਈ ਸੀ। ਦੂਸਰੀ ਰੋਮ ਤੋਂ ਆਈ, ਉਹਦੇ ਵਿੱਚ 285 ਪੈਸੇਂਜਰ ਸੀ, ਉਹਨਾਂ ਚੋਂ 173 ਪੋਜ਼ਿਟਿਵ ਪਾਏ ਗਏ। ਸੋ ਉਹਨਾਂ ਨੂੰ ਜਦੋਂ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਗਿਆ ਉੱਥੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ, ਜਿਹੜੇ ਗੁਰੂ ਨਾਨਕ ਦੇਵ ਹਸਪੀਟਲ ਆ ਉਹਦੇ ਚੋਂ 13 ਜਿਹੜੇ ਪੋਜ਼ਿਟਿਵ ਪੇਸ਼ੈਂਟ ਸੀਗੇ ਜੀ ਉਹ ਭੱਜ ਗਏ। ਇਹ ਮਿਲਾਨ ਵਾਲੀ ਫਲਾਈਟ ਤੋਂ ਆਏ ਸੀਗੇ। ਹੁਣ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਕਿ ਇਹ ਜਿਹੜੇ ਲੋਕ ਨੇ ਇਹ ਕਿੱਥੇ ਗਏ ਔਰ ਅੱਗੇ ਜਾ ਕੇ ਇਹਦਾ ਕੀ ਅਸਰ ਹੋ ਸਕਦਾ। ਇਹ ਬਹੁਤ ਹੀ ਜਿਹੜੀ ਲਾਪਰਵਾਹੀ ਆ, ਬਹੁਤ ਇਰਰਿਸਪੌਂਸਿਬਲ ਬਿਹੇਵੀਅਰ ਹੁੰਦਾ ਕਿ ਤੁਸੀਂ ਕੰਟਰੀਬਿਊਟ ਕਰਦੇ ਹੋ ਜਾ ਕੇ ਜਿਹੜੇ ਲੋਕੀ ਘਰੇ ਬੈਠੇ ਆ ਆਪਣੇ ਰਿਸ਼ਤੇਦਾਰਾਂ ਨੂੰ ਤੁਸੀਂ ਇਹ ਬਿਮਾਰੀ ਫੈਲਾਉਣ ਦੇ ਵਿੱਚ, ਅਗਰ ਸਰਕਾਰ ਤੁਹਾਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਚੋਂ ਕੋਆਪਰੇਟ ਕਰਨਾ ਬਣਦਾ। ਵਾਸੂ ਜੀ, ਜਿਹੜੀਆਂ ਇਸ ਵੇਲੇ ਚਲੋ ਪੰਜਾਬ ਦੇ ਵਿੱਚ ਤਾਂ ਕੋਈ 4,000 ਕੇਸ ਆਏ ਆ, ਪਰ ਸਭ ਤੋਂ ਜ਼ਿਆਦਾ ਜਿਹੜੀ ਪ੍ਰਭਾਵ ਹੋਇਆ ਇਸ ਵਾਰੀ ਜਿਹੜੀ ਥਰਡ ਵੇਵ ਜਿਹਨੂੰ ਕਿਹਾ ਜਾ ਰਿਹਾ ਉਹ ਮੁੰਬਈ ਔਰ ਦਿੱਲੀ ਦੇ ਵਿੱਚ ਆ, ਉਹ ਵਰਸਟ ਹਿੱਟ ਨੇ। ਬਹੁਤ ਜ਼ਿਆਦਾ ਕੇਸਿਸ ਉੱਥੇ ਆ ਰਹੇ ਨੇ। ਸਰਕਾਰ ਨੇ ਆਕਸੀਜਨ ਦੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਵਧਾਉਣ ਦੀ ਗੱਲ ਕੀਤੀ ਆ, ਆਕਸੀਜਨ ਸਿਲੰਡਰਸ ਦੀ ਸਾਰਿਆਂ ਦੀ ਉਹਨਾਂ ਨੂੰ ਸਟੈਂਡ ਬਾਈ ਕੀਤਾ। ਜਿਹੜੀਆਂ ਮੈਡੀਕਲ ਟੀਮਸ ਨੇ ਉਹਨਾਂ ਦੀ ਫੇਰ ਜਿਸ ਨੂੰ ਕਹਿ ਸਕਦੇ ਹੋ ਅਲਰਟ ਦੇ ਉੱਤੇ ਪਾਈਆਂ ਨੇ। ਈਵਨ ਜਿਹੜੇ ਹੈਗੇ ਫੌਜੀ ਜਿਹੜੇ ਮੈਡੀਕਲ ਜਿਹੜਾ ਵਿੰਗ ਹੈ ਉਹਨੂੰ ਵੀ ਅਲਰਟ ਤੇ ਪਾਇਆ, ਕਿਉਂਕਿ ਐਕਸਪੈਕਟਡ ਹੈ ਕਿ ਇਸ ਵਾਰ ਇਹ ਡੈਲਟਾ ਵੇਰੀਐਂਟ ਜਿਹੜਾ ਪਿਛਲੇ ਸਾਲ ਸੀ ਉਸ ਦੇ ਨਾਲੋਂ ਜ਼ਿਆਦਾ ਐਤਕੀ ਕੇਸਿਸ ਆਉਣਗੇ ਜੀ। ਸਰਬਜੀਤ ਜੀ, ਮੈਂ ਪੜ੍ਹ ਰਿਹਾ ਸੀ ਕਿ ਜਿਹੜਾ ਹੁਣ 7 ਦਿਨਾਂ ਦਾ ਮੈਂਡੇਟਰੀ ਕੁਆਰੰਟੀਨ ਹੋਏਗਾ, ਜਿਹੜਾ ਆਪਣੇ ਘਰਾਂ 'ਚ ਕੁਆਰੰਟੀਨ ਕਰਨਾ, ਜਿਹਨੂੰ ਤੁਸੀਂ ਹੋਮ ਕੁਆਰੰਟੀਨ ਕਹਿ ਰਹੇ ਹੋ, ਉਸ ਤੋਂ ਬਾਅਦ ਨੈਗੇਟਿਵ ਟੈਸਟ ਦਾ ਨਤੀਜਾ ਵਿਖਾਉਣਾ, ਨਾਲ ਕਹਿੰਦੇ ਇੱਕ ਤੁਸੀਂ ਸੈਲਫ ਅਟੈਸਟਡ ਡਾਕੂਮੈਂਟ ਵੀ ਦੇਣਾ ਵੀ ਜਿਹੜੀ ਸਾਰੀ ਜਾਣਕਾਰੀ ਮੈਂ ਸਾਂਝੀ ਕਰ ਰਿਹਾ ਸੱਚ ਹੈ, ਵੀ ਟੈਸਟ ਜਿਹੜਾ ਉਹ ਮੈਂ ਅਸਲੀਅਤ ਵਿੱਚ ਕਰਾਇਆ ਵੀ ਅਸਲ ਟੈਸਟ ਦੇ ਨਤੀਜੇ ਨੇ ਇਹ। ਹਾਂਜੀ, ਉਹ ਬਿਲਕੁਲ, ਕਿਉਂਕਿ ਕਈ ਲੈਵਲ ਦੇ ਉੱਤੇ ਚਲੋ ਇੱਕ ਤਾਂ ਇੱਕ ਫਾਰਮੈਲਿਟੀ ਹੀ ਹੈ, ਬਟ ਲੋਕਾਂ ਦੇ ਵਿੱਚ ਇੱਕ ਲੈਵਲ ਦੇ ਉੱਤੇ ਵਾਸੂ ਜੀ ਸੀਰੀਅਸਨੈਸ ਔਰ ਰਿਸਪੌਂਸਿਬਲ ਬਿਹੇਵੀਅਰ ਦੀ ਕੋਸ਼ਿਸ਼ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਦੇਖਣ ਨੂੰ ਆਇਆ ਸੀ ਔਰ ਇਹ ਵੀ ਦੱਸਣਾ ਜੀ ਉਹਨਾਂ ਨੇ ਕਿ ਇਹ ਟੈਸਟ ਕਿਹਦੇ ਕੋਲੋਂ ਕਰਾਇਆ, ਕਿ ਉਹ ਜਿਹੜੀ ਲੈਬੋਰੇਟਰੀ ਆ ਜਾਂ ਜਿਹੜਾ ਟੈਸਟ ਦੀ ਜਿਹੜੀ ਕਿੱਟ ਹੈ ਉਹ ਪ੍ਰਮਾਣਿਤ ਹੈ ਵੀ ਕਿ ਨਹੀਂ, ਇਹ ਵੀ ਪਤਾ ਹੋਣਾ ਚਾਹੀਦਾ। ਇਹ ਨਾ ਹੋਵੇ ਕਿਸੇ ਕੋਲੋਂ ਤੁਸੀਂ ਕਰਵਾ ਲਿਆ ਕਿ ਜੀ ਹੋ ਗਿਆ ਤੇ ਕਰਕੇ ਤੁਸੀਂ ਬਾਅਦ ਚੋਂ ਵਿਚਰਨਾ ਸ਼ੁਰੂ ਕਰ ਦਿਓ ਤੇ ਬਿਮਾਰੀ ਫੈਲਾਉਣ ਦੀ ਕੋਸ਼ਿਸ਼ ਕਰੋ। ਸਰਕਾਰ ਆਈ ਥਿੰਕ ਵਾਸੂ ਜੀ ਪਿਛਲੇ ਹੀ ਜਿਹੜਾ ਐਕਸਪੀਰੀਅੰਸ ਹੈ ਪਿਛਲੇ ਸਾਲ ਦਾ, ਉਹਦੇ ਤੋਂ ਕਈ ਕੁਝ ਜਿਹੜੀਆਂ ਹੈਲਥ ਅਥਾਰਟੀਜ਼ ਨੇ ਜਿਹੜੇ ਉਹਨਾਂ ਨੇ ਕਾਫੀ ਆਪਣੇ ਸਬਕ ਲਏ ਨੇ ਤੇ ਉਹਨਾਂ ਨੂੰ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਹੈ, ਇਹਦੀ ਸ਼ਲਾਘਾ ਤਾਂ ਕਰਨੀ ਬਣਦੀ ਹੈ ਜੀ। ਸਰਬਜੀਤ ਜੀ, ਜੇ ਕੋਵਿਡ-19 ਦੀ ਹੀ ਗੱਲ ਜਾਰੀ ਰੱਖੀਏ ਤਾਂ ਹੁਣ ਇੱਕ ਰਿਪੋਰਟ ਹੋਰ ਸਾਹਮਣੇ ਆਈ ਹੈ, ਉਹਦੇ ਵਿੱਚ ਪਤਾ ਲੱਗਿਆ ਵੀ ਭਾਰਤ ਵਿੱਚ ਜਿੰਨੀਆਂ ਕੋਵਿਡ-19 ਕਰਕੇ ਡੈਥਸ ਰਿਪੋਰਟ ਹੋਈਆਂ ਨੇ, ਅਸਲ ਅੰਕੜਾ ਜਿਹੜਾ ਉਸ ਤੋਂ 6 ਗੁਣਾ ਤੋਂ ਵੀ ਜ਼ਿਆਦਾ ਹੋ ਸਕਦਾ। ਵਾਸੂ ਜੀ, ਜਿਹੜਾ ਸਰਕਾਰੀ ਅੰਕੜਾ ਉਹ ਇਹ ਹੈ ਕਿ ਪਿਛਲੇ ਸਾਲ 3 ਕਰੋੜ 52 ਲੱਖ ਲੋਕਾਂ ਨੂੰ ਕਰੋਨਾ ਹੋਇਆ ਔਰ ਜਿਹੜੀਆਂ ਮੌਤਾਂ ਹੋਈਆਂ ਉਹ 4,83,000 ਦੱਸੀਆਂ ਗਈਆਂ।
ਔਰ ਦੁਨੀਆ ਭਰ ਦੇ ਵਿੱਚ ਜਿਹੜੇ ਮੈਡੀਕਲ ਐਕਸਪਰਟ, ਈਵਨ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਔਰ ਹੋਰ ਵੀ ਲੋਕ ਨੇ, ਈਵਨ ਭਾਰਤ ਦੇ ਵਿੱਚ ਵੀ ਜਿਹੜੇ ਲੋਕ ਸੀ ਉਹ ਇਹਨੂੰ ਕਹਿ ਰਹੇ ਸੀ ਕਿ ਅੰਡਰ ਰਿਪੋਰਟਿੰਗ ਹੋ ਰਹੀ ਆ ਤੇ ਬਹੁਤ ਸਾਰੇ ਕੇਸਿਸ ਹੋਰ ਹੋਏ ਹੋਣੇ ਆ ਜੀ। ਇਹਦੇ ਵਿੱਚ ਕੁਝ ਤਾਂ ਕੋਵਿਡ ਦੇ ਕਰਕੇ ਹੀ ਮੌਤਾਂ ਹੋਈਆਂ ਨੇ, ਕੁਝ ਕੋਵਿਡ ਕਰਕੇ ਕਿਉਂਕਿ ਜਿਹੜੀਆਂ ਹੈਲਥ ਫੈਸਿਲਿਟੀਜ਼ ਨੇ ਜੀ ਉਹ ਜਿਹਨੂੰ ਕਹਿੰਦੇ ਆ ਆਪਾਂ ਬਿਲਕੁਲ ਬੰਦ ਹੋ ਗਈਆਂ ਸੀ। ਉੱਥੇ ਰਸ਼ ਇੰਨਾ ਹੋ ਗਿਆ ਸੀ ਕਿ ਦੂਸਰੇ ਜਿਹੜੇ ਮਰੀਜ਼ ਸੀ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਕੈਂਸਰ ਪੇਸ਼ੈਂਟਸ ਨੇ ਜਾਂ ਟੀਬੀ ਦੇ ਆ, ਹੋਰ ਕੋਮੋਰਬਿਡਿਟੀਜ਼ ਦੇ ਹੋਰ ਕੇਸਿਸ ਨੇ, ਉਹਨਾਂ ਨੂੰ ਉਹ ਵੀ ਵਿੱਚ ਐਡ ਹੁੰਦੀਆਂ ਨੇ। ਔਰ ਸਾਰੇ ਦਾ ਸਾਰਾ ਜਿਹੜਾ ਉਹ ਗੱਲ ਕੀਤੀ ਆ, ਇਹ ਜਿਹੜੀ ਰਿਪੋਰਟ ਆਈ ਆ ਔਰ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜੀ ਜਿਹੜੀਆਂ ਕੋਈ ਜਿਹੜਾ ਟੋਟਲ ਐਸਟੀਮੇਟਡ ਹੈ ਸਾਇੰਸ ਜਰਨਲ ਆ ਉਹਦੇ ਵਿੱਚ ਰਿਪੋਰਟ ਆਈ ਆ ਔਰ ਇੰਡੀਅਨ ਐਕਸਪ੍ਰੈਸ ਨੇ ਇਹਨੂੰ ਛਾਇਆ ਕੀਤਾ ਔਰ ਉਹ ਕਹਿੰਦੇ ਜੀ ਇਹ ਕੋਈ 32 ਲੱਖ ਦੇ ਆਸ-ਪਾਸ ਲੋਕ ਮਰੇ ਆ। ਜੋ ਸਰਕਾਰੀ ਫਿਗਰ ਹੈ 4,83,000 ਦੀ, ਉਸ ਦੇ ਨਾਲੋਂ ਤੁਸੀਂ ਆਪੇ ਦੇਖ ਲਓ ਕੋਈ 6 ਗੁਣਾ ਜ਼ਿਆਦਾ ਲੱਗਦੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਇਹਦੇ ਵਿੱਚੋਂ 71% ਜਿਹੜੀਆਂ ਮੌਤਾਂ ਹੋਈਆਂ ਉਹ ਅਪ੍ਰੈਲ ਔਰ ਜੂਨ ਦੇ ਵਿੱਚ ਹੀ ਹੋ ਗਈਆਂ, ਜਦੋਂ ਡੈਲਟਾ ਵੇਰੀਐਂਟ ਬਹੁਤ ਜ਼ਿਆਦਾ ਹੋਇਆ, ਉਹਨੇ ਪ੍ਰਭਾਵਿਤ ਕੀਤਾ। ਇਹ ਜਿਹੜੀ ਰਿਪੋਰਟ ਹੈ ਇਹਨਾਂ ਨੇ ਕਾਫੀ ਜਿਹੜੇ ਸਾਇੰਟੀਫਿਕ ਤਰੀਕਿਆਂ ਦੇ ਨਾਲ ਕੀਤੀ ਗਈ ਹੈ। ਇਹਦੇ ਰਿਸਰਚਰ ਜਿਹੜੇ ਹੈ ਇੰਡੀਆ, ਕੈਨੇਡਾ ਔਰ USA ਤੋਂ ਨੇ। ਉਹ ਜੀ ਡਾਕਟਰ ਪ੍ਰਭਾਤ ਝਾ ਵੀ ਸ਼ਾਮਲ ਨੇ ਜੋ ਸੈਂਟਰ ਫਾਰ ਗਲੋਬਲ ਹੈਲਥ ਐਂਡ ਰਿਸਰਚ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਨੇ, ਤੇ ਡਾਕਟਰ ਪੌਲ ਨੋਵੋਸੈਟ ਜਿਹੜੇ ਡਿਪਾਰਟਮੈਂਟ ਆਫ ਇਕਨੋਮਿਕਸ ਡਾਰਟਮਾਊਥ ਕਾਲਜ ਤੋਂ ਵੀ ਨੇ। ਔਰ ਇਹ ਕਾਫੀ ਸਾਇੰਟੀਫਿਕ ਹੈਗੀ ਆ। ਹੁਣ ਇਹਦੇ ਬਾਰੇ ਇਹ ਜਿਹੜਾ ਡਾਟਾ ਹੈਗਾ ਇਹਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨਸ ਪੋਪੂਲੇਸ਼ਨ ਡਿਵੀਜ਼ਨ ਆ ਉਹਦੇ ਤੋਂ ਵੀ ਇਹਨਾਂ ਨੇ ਡਾਟਾ ਯੂਜ਼ ਕੀਤਾ। ਫਿਰ ਅਲੱਗ-ਅਲੱਗ ਕਿਸਮ ਦੀ ਸੈਂਪਲਿੰਗ ਵੀ ਉਹਨਾਂ ਨੇ ਦੱਸੀ ਹੈ। ਇਹਦੇ ਬਾਰੇ ਹਾਲੇ ਕੇਂਦਰ ਸਰਕਾਰ, ਭਾਰਤ ਸਰਕਾਰ ਵੱਲੋਂ ਜਿਹੜੀ ਗੱਲ ਆ ਰਹੀ ਹੈ ਉਹਦੀ ਟਿੱਪਣੀ ਜਾਂ ਇਹਦੇ ਬਾਰੇ ਕੀ ਉਹਨਾਂ ਦਾ ਕਹਿਣਾ, ਉਹਦੇ ਬਾਰੇ ਹਾਲੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ। ਸਰਬਜੀਤ ਜੀ, ਹੁਣ ਭਾਰਤ ਵਿੱਚ ਚੋਣਾਂ ਹੋਣੀਆਂ ਕਈ ਸੂਬਿਆਂ ਵਿੱਚ, ਜਿਹੜੇ ਕੈਂਡੀਡੇਟਸ ਨੇ ਉਮੀਦਵਾਰ, ਉਹ ਇਹਨਾਂ ਚੋਣਾਂ ਦੇ ਉੱਤੇ ਕਿੰਨੇ ਪੈਸੇ ਖਰਚ ਕਰ ਸਕਦੇ ਨੇ, ਉਹਦੀ ਇੱਕ ਲਿਮਿਟ ਹੋਇਆ ਕਰਦੀ ਹੈ। ਇਸ ਵਾਰ ਇਲੈਕਸ਼ਨ ਕਮਿਸ਼ਨ ਨੇ ਉਸ ਲਿਮਿਟ ਵਿੱਚ ਕਿੰਨਾ ਇਜ਼ਾਫਾ ਕੀਤਾ ਜੀ? ਵਾਸੂ ਜੀ, ਕਾਫੀ ਦੇਰ ਬਾਅਦ ਇਹ ਰਿਵੀਜ਼ਨ ਹੋ ਰਹੀ ਆ। ਜਿਹੜੀਆਂ ਅਸੈਂਬਲੀ ਕਨਸਟੀਟੂਐਂਸੀਜ਼ ਨੇ ਉਹਨਾਂ ਦੀ ਲਿਮਿਟ 20 ਲੱਖ ਤੋਂ 28 ਲੱਖ ਸੀਗੀ, ਤੇ ਕੁਝ ਅਲੱਗ-ਅਲੱਗ ਜਿਹੜੀਆਂ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਆ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ ਸੀ। ਦੋ ਸ਼੍ਰੇਣੀਆਂ 'ਚ, ਇੱਕ ਤਾਂ ਜਿਹੜੀ ਹੈਗੀ ਆ ਉਹਨਾਂ ਦਾ 20 ਲੱਖ ਤੋਂ 28 ਲੱਖ ਸੀ ਤੇ ਦੂਸਰੀਆਂ ਦਾ 28 ਲੱਖ ਤੋਂ 40 ਲੱਖ ਸੀ ਜੀ। ਔਰ ਉਹ ਜਿਹੜੀ ਲੋਕ ਸਭਾ ਜਿਹੜੀ ਹੈਗੀ ਆ ਕਨਸਟੀਟੂਐਂਸੀ, ਉਹਦੇ ਵਿੱਚ ਜਿਹੜਾ ਸੀਗਾ ਉਹ ਕੋਈ 54 ਤੋਂ ਲੈ ਕੇ 75 ਲੱਖ ਸੀਗਾ, ਹੁਣ 70 ਤੋਂ ਲੈ ਕੇ ਕੋਈ 95 ਲੱਖ ਸੀ। ਇਹਦੀ ਇੱਕ ਮੀਟਿੰਗ ਹੋਈ ਆ ਹੁਣ ਸਾਰੀ ਦੀ ਸਾਰੀ। ਹੁਣ ਇਹ ਆ ਕਿ ਜਿਹੜੀਆਂ ਐਨਹਾਂਸ ਕੀਤਾ ਜਿਹੜਾ ਐਕਸਪੈਂਡੀਚਰ ਆ, ਇਹ ਇਨਫਲੇਸ਼ਨ ਨੂੰ ਨਜ਼ਰ ਰੱਖਦੇ, ਔਰ ਕਈ ਪਾਰਟੀਆਂ ਨੇ ਜਿਹੜੀ ਪਿੱਛੇ ਜੇ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਜੀ ਜਿਹੜਾ ਸੀਲਿੰਗ ਆ ਹੁਣ ਅਸੈਂਬਲੀ ਕਨਸਟੀਟੂਐਂਸੀਜ਼ ਦੀ ਵਧਾ ਕੇ ਜਿਹੜੀ ਸੀਗੀ ਜੀ ਉਹ 20 ਲੱਖ ਤੋਂ 28 ਲੱਖ ਕੀਤੀ ਆ। ਤੇ ਇਹ ਹੈਗੀ ਯੂਨੀਅਨ ਟੈਰੀਟਰੀ। ਜਿਹੜੀਆਂ ਸਟੇਟਸ ਦੇ ਵਿੱਚ ਹੋਏਗਾ ਉੱਥੇ ਜਿਹੜਾ ਹੈਗਾ 28 ਲੱਖ ਤੋਂ ਲੈ ਕੇ 40 ਲੱਖ ਤੱਕ, 28 ਲੱਖ ਤੋਂ ਵਧਾ ਕੇ 40 ਲੱਖ ਉਹਨਾਂ ਦੀ ਕਰ ਦਿੱਤੀ ਗਈ ਹੈ। ਤੇ ਜਿਹੜੀਆਂ ਪਾਰਲੀਮੈਂਟਰੀ ਕਨਸਟੀਟੂਐਂਸੀਜ਼ ਹੋਣਗੀਆਂ ਜਿਹੜੀਆਂ ਆਪਣੀਆਂ ਸਟੇਟਸ ਦੇ ਵਿੱਚ ਹੈਗੀਆਂ, ਉਹਨਾਂ ਦਾ 70 ਲੱਖ ਤੋਂ ਜਿਹੜਾ ਖਰਚਾ ਉਹ ਵਧਾ ਕੇ 95 ਲੱਖ ਕਰ ਦਿੱਤਾ, ਤੇ ਜਿਹੜੀਆਂ ਯੂਨੀਅਨ ਟੈਰੀਟਰੀਜ਼ ਆ ਉਹਨਾਂ ਦਾ 54 ਲੱਖ ਤੋਂ ਵਧਾ ਕੇ 75 ਲੱਖ ਕਰਤਾ। ਸੋ ਇਹ ਸਾਰੀ ਦੀਆਂ ਸਾਰੀਆਂ ਕਾਸਟ ਜਿਹੜੀ ਸੀਗੀ ਉਹ ਪਿਛਲੀ ਵਾਰੀ ਜਿਹੜੀ ਕਾਸਟ ਇਨਫਲੇਸ਼ਨ ਆ ਇੰਡੈਕਸ 2014 ਦਾ, ਉਸ ਨੂੰ ਮੱਦੇਨਜ਼ਰ ਰੱਖ ਕੇ ਇਹਨਾਂ ਨੇ ਰੱਖੀਆਂ ਨੇ। ਇਸ ਤੋਂ ਪਹਿਲਾਂ ਕੋਈ 2014 ਚ ਜਿਹੜਾ 10% ਇਨਕਰੀਜ਼ ਕੀਤਾ ਸੀ ਔਰ ਉਦੋਂ ਹੀ ਫੈਸਲਾ ਕੀਤਾ ਸੀ ਕਿ 2020 ਦੇ ਵਿੱਚ ਅਸੀਂ ਅਗਲਾ ਜਿਹੜੀ ਹੈਗੀ ਰਿਵੀਜ਼ਨ ਕਰਾਂਗੇ। ਸੋ ਉਹਦੀ ਰਿਵੀਜ਼ਨ ਇਹਨਾਂ ਨੇ ਕਰ ਦਿੱਤੀ ਹੈ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਇਹਨਾਂ ਦੇ ਨਾਲ ਕਿਸ ਤਰ੍ਹਾਂ ਕਰ ਸਕਦੇ ਆ, ਆਪਣੇ ਜਿਹੜਾ ਰੂਲ ਬੁੱਕ ਦੇ ਹਿਸਾਬ ਨਾਲ ਕਿਵੇਂ ਚੱਲਦੇ ਆ, ਕੀ ਇਹਦੀ ਵਾਇਲੇਸ਼ਨ ਹੁੰਦੀ ਹੈ, ਕਿੰਨੇ ਕੇਸਿਸ ਸਾਹਮਣੇ ਆਉਂਦੇ ਨੇ, ਔਰ ਇਹ ਜਿਹੜੀਆਂ ਰਿਕਮੈਂਡੇਸ਼ਨਸ ਨੇ ਇਹ ਹਾਲੇ ਇਹਨਾਂ ਨੇ ਨੋਟੀਫਾਈ ਕਰਨੀਆਂ ਨੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਜਾਏਗਾ ਜੀ। ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਲੰਧਰ ਵਿੱਚ ਵਰਕਰਸ ਨੇ ਉਹ ਰਾਘਵ ਚੱਡਾ ਨਾਲ ਬੜੇ ਨਾਰਾਜ਼ ਨੇ, ਕੀ ਗੱਲ ਹੋਈ ਹੈ ਜੀ?
ਵਾਸੂ ਜੀ ਕੱਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਆਪਣੇ 3 ਕੈਂਡੀਡੇਟ ਹੋਰ ਐਲਾਨੇ ਔਰ ਹੁਣ ਜੇ ਟੋਟਲ 117 ਸੀਟਾਂ ਤੋਂ ਜਿਹੜੀਆਂ ਹੈਗੀਆਂ ਉਹਦੇ ਵਿੱਚ 104 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਐਲਾਨਤੇ ਨੇ ਔਰ ਇਹਦੇ ਨਾਲ ਇੱਕ ਗੱਲ ਤਾਂ ਹੋਰ ਵੀ ਹੋ ਗਈ ਹੈ ਕਿ ਸ਼ਾਇਦ ਜਿਹੜਾ ਆਮ ਆਦਮੀ ਪਾਰਟੀ ਦਾ ਕਿਸਾਨ ਜਥੇਬੰਦੀਆਂ ਦੇ ਨਾਲ ਕੋਈ ਗੱਠਜੋੜ ਦੇ ਜਿਹੜੇ ਸੰਭਾਵਨਾਵਾਂ ਸੀਗੀਆਂ ਉਹਦੇ ਚੋਂ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਆਲਮੋਸਟ ਖਤਮ ਨੇ ਹੁਣ ਤੇ ਇਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਸੀਗੇ ਜੀ 3 ਹੋਰ ਜਿਹੜੇ ਐਲਾਨੇ ਉਹਦੇ ਵਿੱਚ ਹੁਣ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਕੀਤੇ ਨੇ, ਫੌਜਾ ਸਿੰਘ ਹੈਗੇ ਉਹ ਗੁਰੂ ਹਰਸਰਾ ਹਾਈ ਤੋਂ, ਦੀਪ ਕੰਬੋਜ ਜਿਹੜੇ ਹੈਗੇ ਉਹ ਅਬੋਹਰ ਤੋਂ। ਹੁਣ ਪਰ ਸਾਰੀਆਂ ਹੁਣ ਨਿਗਾਹ ਜਿਹੜੀਆਂ ਹੈਗੀਆਂ ਆਖਰੀ ਲਿਸਟ ਦੇ ਉੱਤੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਭਗਵੰਤ ਸਿੰਘ ਮਾਨ ਤੇ ਜਿਹੜੇ ਹੈਗੇ ਆ ਉਹ ਕਿੱਥੇ ਖੜੇ ਹੋਣਗੇ, ਉਹਨਾਂ ਨੂੰ ਕਿੱਥੇ ਉਹਨਾਂ ਨੂੰ ਟਿਕਟ ਮਿਲੂਗੀ ਕਿ ਨਹੀਂ ਮਿਲੂਗੀ। ਸੋ ਉਹ ਦੇਖਣ ਵਾਲੀ ਗੱਲ ਹੈ। ਪਰ ਇਹਦੇ ਵਿੱਚ ਜਿਹੜੀ ਪ੍ਰੋਬਲਮ ਇਹ ਆਈ ਕਿ ਰਾਘਵ ਚੱਡਾ ਕੱਲ ਪ੍ਰੈਸ ਕਾਨਫਰੰਸ ਕਰਨ ਗਏ ਸੀ ਜਲੰਧਰ ਦੇ ਵਿੱਚ, ਜਿੱਥੇ ਉਹਨਾਂ ਨੇ ਪੰਜਾਬ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਖਿਆ ਸੀ। ਉੱਥੇ 2 ਧੜਿਆਂ ਦੇ 2 ਅਲੱਗ-ਅਲੱਗ ਕੈਂਡੀਡੇਟਸ ਜਿਨ੍ਹਾਂ ਦੀਆਂ ਟਿਕਟਾਂ ਨਹੀਂ ਮਿਲੀਆਂ, ਉਹ ਅਲੱਗ-ਅਲੱਗ ਸੀਟਾਂ ਤੋਂ ਲੋਕੀ ਆਏ ਔਰ ਉਹਨਾਂ ਨੇ ਉੱਥੇ ਦੱਬ ਕੇ ਨਾਅਰੇਬਾਜ਼ੀ ਕੀਤੀ, ਕਾਲੇ ਝੰਡੇ ਦਿਖਾਏ। ਇਹਦੇ ਵਿੱਚ ਰਮਨ ਅਰੋੜਾ ਸਭ ਤੋਂ ਜ਼ਿਆਦਾ ਤਾਂ ਜਿਹੜਾ ਰੌਲਾ ਪਿਆ ਜੀ, ਜਿਹੜੀ ਰਮਨ ਅਰੋੜਾ ਨੂੰ ਟਿਕਟ ਦਿੱਤੀ ਗਈ ਉਹਦੇ ਵਿੱਚ ਜਿਹੜੇ ਉੱਥੋਂ ਦੇ ਸੀਗੇ ਜੀ ਸੰਜੀਵ ਸ਼ਰਮਾ, ਡਾਕਟਰ ਸੰਜੀਵ ਸ਼ਰਮਾ ਦੇ ਜਿਹੜੇ ਸਪੋਰਟਰ ਸੀ ਔਰ ਉਹ ਕਹਿੰਦੇ ਜੀ ਰਮਨ ਅਰੋੜਾ ਇੱਕ ਪੈਰਾਸ਼ੂਟਰ ਨੇ ਉੱਥੇ ਬੁਲਾਇਆ ਗਿਆ ਔਰ ਉਹਨਾਂ ਨੇ ਦੱਬ ਕੇ ਉੱਥੇ ਜਿੰਨੀ ਦੇਰ ਇਹ ਪ੍ਰੋਗਰਾਮ ਚੱਲਿਆ ਉਹਨਾਂ ਦਾ ਉੱਥੇ ਕਾਫੀ ਜਿਹੜੀ ਨਾਅਰੇਬਾਜ਼ੀ ਹੋਈ। ਦੂਸਰੇ ਜਿਹੜੇ ਸੀਗੇ ਸਾਬਕਾ ਜਿਹੜੇ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰਧਾਨ ਨੇ ਸ਼ਿਵਦਿਆਲ ਮਾਲੀ, ਉਹ ਵੀ ਟਿਕਟ ਦੇ ਚਾਹਵਾਨ ਸੀ, ਉਹ ਉੱਥੇ ਪਹੁੰਚੇ ਹੋਏ ਸੀ। ਉਹ ਇਸ ਗੱਲ ਤੋਂ ਵੀ ਔਖੇ ਸੀ ਕਿ ਜੀ ਇੱਕ ਜਿਹੜੀ ਸੀਗੀ ਜਲੰਧਰ ਵੈਸਟ ਤੋਂ ਜਿਹੜੀ ਪਹਿਲੀ ਟਿਕਟ ਸੀਗੀ, ਪਹਿਲਾਂ ਅਨਾਉਂਸ ਕੀਤੀ ਹੋਈ ਹੈ ਟਿਕਟ, ਉਹ ਬੀਜੇਪੀ ਤੋਂ ਸ਼ੀਤਲ ਔਂਗਰਾਲ ਜਿਹੜੇ ਹੈਗੇ ਉਹ ਆਏ ਨੇ, ਉਹਨਾਂ ਨੇ ਜੁਆਇਨ ਕੀਤਾ ਸੀ ਤੇ ਨਾਲ ਹੀ ਮਿਲ ਗਈ। ਤੋ ਜਿਹੜੇ ਸੀਗੇ ਇਹ ਸ਼ਿਵਦਿਆਲ ਮਾਲੀ ਇਹ ਪੁੱਛਣਾ ਚਾਹੁੰਦੇ ਸੀ ਰਾਘਵ ਚੱਡਾ ਨੂੰ ਕਿ ਮੇਰੀ ਟਿਕਟ ਕਿਉਂ ਕੱਟੀ, ਕਿ ਤੁਸੀਂ ਬਾਹਰੋਂ ਬੰਦਾ ਲੈ ਕੇ, ਮੈਂ ਇੰਨੀ ਦੇਰ ਕੰਮ ਕੀਤਾ ਤੇ ਤੁਸੀਂ ਇਹ ਬਾਹਰਲੇ ਬੰਦੇ ਨੂੰ ਲਿਆ ਕੇ ਦਿੱਤਾ। ਤੇ ਔਰ ਜਿਹੜੇ ਉਧਰ ਆਪਣੇ ਡਾਕਟਰ ਸੰਜੀਵ ਸ਼ਰਮਾ ਸੀ, ਉਹ 2017 ਦੀਆਂ ਜਿਹੜੀਆਂ ਜਲੰਧਰ ਸੈਂਟਰਲ ਤੋਂ ਇਲੈਕਸ਼ਨ ਲੜੇ ਸੀ ਔਰ ਕਾਫੀ ਵੋਟਾਂ ਉਹਨਾਂ ਨੂੰ ਮਿਲ ਗਈਆਂ ਸੀ ਔਰ ਉਸ ਤੋਂ ਬਾਅਦ ਉਹ ਕਹਿੰਦੇ ਮੈਂ ਬੜੀ ਦੇਰ ਕੰਮ ਕੀਤਾ। ਸੋ ਇਹਨਾਂ ਦੇ ਸਪੋਰਟਰਸ ਨੇ ਦੱਬ ਕੇ ਨਾਅਰੇਬਾਜ਼ੀ ਕੀਤੀ, ਉੱਥੇ ਰਾਘਵ ਚੱਡਾ ਨੂੰ ਭੱਜਣਾ ਪਿਆ, ਬੜੀ ਮੁਸ਼ਕਿਲ ਨਾਲ ਨਿਕਲੇ ਔਰ ਫਿਰ ਬਾਅਦ ਚੋਂ ਜੀ ਜਿਹੜੇ ਸਪੋਰਟਰ ਸੀਗੇ ਜੀ ਮਾਲੀ ਦੇ ਔਰ ਡਾਕਟਰ ਸ਼ਰਮਾ ਦੇ, ਉਹ ਆਪਸ 'ਚ ਖੈਬੜ ਪਏ। ਪੁਲਿਸ ਨੇ ਫਿਰ ਇਹਨਾਂ ਨੂੰ ਅਲੱਗ-ਅਲੱਗ ਕੀਤਾ, ਬੜੀ ਮੁਸ਼ਕਿਲ ਨਾਲ ਸਿਚੁਏਸ਼ਨ ਪੈਦਾ ਕੀਤੀ ਹੈ। ਤੇ ਜਿਹੜੇ ਲੋਕ ਨੇ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੀ ਜਿਹੜੇ ਲੋਕੀ ਜਿਹੜਾ ਰਾਘਵ ਚੱਡਾ ਇਹ ਟਿਕਟਾਂ ਦੀ ਸੌਦੇਬਾਜ਼ੀ ਕਰ ਰਹੇ ਤੇ ਉਹਨਾਂ ਨੂੰ ਦੇ ਰਹੇ ਆ, ਜਿਹੜੇ ਹੈਗੇ ਆ ਉਹਨਾਂ ਨੂੰ ਟਿਕਟਾਂ ਦੇ ਰਹੇ ਨੇ ਜਿਨ੍ਹਾਂ ਨੂੰ ਕ੍ਰਿਮੀਨਲ ਬੈਕਗ੍ਰਾਉਂਡ ਨੇ, ਜਿਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਵਰਕਰ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਸੋ ਇਸੇ ਤਰ੍ਹਾਂ ਦੇ ਹੀ ਇਲਜ਼ਾਮ ਬੰਗਾ ਸੈਗਮੈਂਟ ਦੇ ਵਿੱਚ ਜਿਹੜੀ ਹੈਗੀ ਆ, ਬੰਗਾ ਸੈਗਮੈਂਟ ਹੈ ਜਿਹੜੀ ਅਸੈਂਬਲੀ ਦੀ, ਜਿਹੜਾ ਨਵਾਂ ਸ਼ਹਿਰ ਜਿਹਨੂੰ ਕਹਿੰਦੇ ਅੱਜ ਕੱਲ ਸ਼ਹੀਦ ਭਗਤ ਸਿੰਘ ਨਗਰ ਕਿਹਾ ਜਾਂਦਾ, ਉੱਥੇ ਦੇ ਵੀ ਇੱਕ ਜਿਹੜੇ ਕੈਂਡੀਡੇਟ ਨੇ ਕੁਲਜੀਤ ਸਿੰਘ ਸਰਾਲ ਜਿਹੜੇ ਹੈਗੇ ਉਹਨਾਂ ਨੂੰ ਮਿਲੀ ਹੈ ਟਿਕਟ ਤੇ ਉਹਦੇ ਖਿਲਾਫ ਵੀ ਕਾਫੀ ਬਗਾਵਤ ਹੋ ਰਹੀ ਹੈ। ਔਰ ਇਹ ਇਕੱਲੀ ਆਪਾਂ ਆਮ ਆਦਮੀ ਪਾਰਟੀ 'ਚ ਨਹੀਂ ਹੈ, ਸਾਰਿਆਂ ਦੇ ਵਿੱਚ ਇਹ ਹੈ ਜਿਹੜਾ ਇੱਕ ਦੂਜੇ ਤੋਂ ਜਿਹੜੇ ਹੈਗੇ ਲੀਡਰ ਜਿਹਦੀ ਪੋਚਿੰਗ ਹੋ ਰਹੀ ਹੈ, ਕਾਂਗਰਸ ਤੋਂ ਛੱਡ ਕੇ ਬੀਜੇਪੀ ਜਾ ਰਹੇ, ਉੱਥੇ ਬੀਜੇਪੀ ਦੇ ਵਿੱਚ ਵੀ ਆਪਾਂ ਕਿਸੇ ਦਿਨ ਆਉਂਦੀ ਗੱਲ ਕਰਾਂਗੇ। ਬੀਜੇਪੀ ਦੇ ਵਿੱਚ ਵੀ ਕਾਫੀ ਨਿਰਾਸ਼ਤਾ ਹੈ ਜੀ ਕਿ ਜਿਨ੍ਹਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ ਸੰਘਰਸ਼ ਕਰਦੇ ਰਹੇ ਹਾਂ ਪਿਛਲੀ ਦੇਰ, ਉਹਨਾਂ ਦੇ ਉਹ ਕਾਂਗਰਸ ਲੀਡਰਸ ਨੂੰ ਤੁਸੀਂ ਐਨ ਆਖਰੀ ਮੌਕੇ ਤੇ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਟਿਕਟਾਂ ਵੰਡਣੀਆਂ ਸ਼ੁਰੂ ਕਰਤੀਆਂ। ਸੋ ਸਾਰੀਆਂ ਪਾਰਟੀਆਂ ਦੇ ਵਿੱਚ ਅਸੀਂ ਕੱਲ ਵੀ ਗੱਲ ਕੀਤੀ ਸੀ ਕਿਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਅਕਾਲੀ ਦਲ ਨੂੰ ਵੀ ਜਿਹੜੀ ਹੈਗੀ ਆ ਅੰਦਰੂਨੀ ਕਲੇਸ਼ ਦੀ ਸਾਹਮਣਾ ਕਰਨਾ ਪੈ ਰਿਹਾ। ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਹੈ ਉਹ ਤਾਂ ਜਗ ਜ਼ਾਹਿਰ ਹੈ। ਸੋ ਆਮ ਆਦਮੀ ਪਾਰਟੀ 'ਚ ਵੀ ਹੈਗਾ। ਸੋ ਪੰਜਾਬ ਦੀਆਂ ਸਾਰੀਆਂ ਪਾਰਟੀ 'ਚ ਅੰਦਰੂਨੀ ਕਲੇਸ਼ ਹੈ। ਇਹ ਹੁਣ ਵਾਸੂ ਜੀ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਅੰਦਰੂਨੀ ਕਲੇਸ਼ ਜਿਹੜਾ ਹੈਗਾ ਉਹ ਹਰ ਇੱਕ ਪਾਰਟੀ ਦਾ ਜਿਹੜਾ ਉਹ ਦੂਸਰੇ ਪਾਰਟੀ ਦੇ ਨਾਲ ਕੰਪੀਟੀਸ਼ਨ, ਜਿਹਨੂੰ ਮੈਂ ਕਹਿੰਦਾ ਹੁੰਦਾ ਇੰਟਰਾ ਜਿਹੜੀ ਹੈਗੀ ਆ ਪਾਰਟੀ
ਜਿਹੜੀ ਡਿਸਕੰਟੈਂਟ ਆ ਔਰ ਇੰਟਰ ਪਾਰਟੀ ਕੰਪੀਟੀਸ਼ਨ ਇਹਦੇ ਵਿੱਚ ਕਿਹੜਾ ਭਾਰੂ ਹੋਊਗਾ, ਇਹ ਵੀ ਇੱਕ ਬੜਾ ਦਿਲਚਸਪ ਪਹਿਲੂ ਹੋਏਗਾ ਪੰਜਾਬ ਦੀਆਂ ਚੋਣਾਂ ਦੇ ਵਿੱਚ। ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ। ਹੁਣ ਸੋਮਵਾਰ ਨੂੰ ਗੱਲਬਾਤ ਹੋਏਗੀ ਜੀ। ਹੈਵ ਅ ਵੈਰੀ ਨਾਈਸ ਵੀਕਐਂਡ। ਵਿਸ਼ ਯੂ ਅ ਵੈਰੀ ਹੈਪੀ ਵੀਕਐਂਡ, ਇੰਜੋਏ ਯੋਰਸੈਲਫ। ਬਾਕੀ ਸਾਰੇ ਸਰੋਤਿਆਂ ਨੂੰ, ਕਰੋਨਾ ਦੀ ਬਿਮਾਰੀ ਬਹੁਤ ਫੈਲ ਰਹੀ ਹੈ ਜੀ, ਆਪਣੇ ਪਰਿਵਾਰਾਂ ਦਾ ਬਹੁਤ ਖਿਆਲ ਰੱਖੋ ਜੀ। ਬਹੁਤ ਬਹੁਤ ਧੰਨਵਾਦ ਪੰਦੇਰ ਸਾਹਿਬ, ਥੈਂਕ ਯੂ।